ਸੋ ਅੱਜ ਅਸੀਂ 6 ਮਾਰਕਸ ਦਾ ਪ੍ਰੀਵੀਅਸ ਈਅਰ ਦਾ ਕੁਐਸਚਨ ਕਰਾਂਗੇ। ਸੋ ਇਹਦੇ ਵਿੱਚ ਸਾਨੂੰ ਕੁਐਸਚਨ ਐਗਜ਼ਾਮੀਨਰ ਨੇ ਪੁੱਛਿਆ ਹੋਇਆ ਹੈ ਕਿ ਅਸੀਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੀ ਸਟੇਟਮੈਂਟ ਬਣਾਉਣੀ ਹੈ, ਠੀਕ ਹੈ। ਤੇ ਬਣਾਉਣੀ ਕਾਰਨ ਸਾਨੂੰ ਗਿਵਨ ਹੈਗੀ ਆ ਰਿਸਿਪਟ ਐਂਡ ਪੇਮੈਂਟ ਅਕਾਊਂਟ ਦੀ ਜਿਹੜੀ ਆ ਉਹ 31 ਮਾਰਚ 2018 ਤੱਕ ਦੀ ਸਾਨੂੰ ਇੱਕ ਸਟੇਟਮੈਂਟ ਗਿਵਨ ਆ, ਠੀਕ ਹੈ। ਤੇ ਰਿਸਿਪਟਸ ਐਂਡ ਪੇਮੈਂਟਸ ਦੀਆਂ ਸਾਰੀਆਂ ਸਾਨੂੰ ਡਿਟੇਲਸ ਦਿੱਤੀਆਂ ਹੋਈਆਂ, ਐਡੀਸ਼ਨਲ ਪੇਮੈਂਟ ਦਿੱਤੀਆਂ ਹੋਈਆਂ। ਤੇ ਮੇਰੇ ਦੋਸਤੋ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਜਿੰਨੀਆਂ ਮਰਜ਼ੀ ਬੁੱਕਸ ਪੜ੍ਹ ਲੈਂਦੇ ਆ ਅਕਾਊਂਟਸ ਦੇ ਵਿੱਚ, ਜਿੰਨੀਆਂ ਮਰਜ਼ੀ ਤੁਸੀਂ +2 ਦੀਆਂ ਬੁੱਕਸ ਪੜ੍ਹ ਲਓ, ਠੀਕ ਹੈ। ਤੇ ਤੁਹਾਨੂੰ ਜਿਹੜੇ ਐਗਜ਼ਾਮਸ, ਤੁਹਾਨੂੰ ਜਿਹੜੇ ਮੇਨ ਐਗਜ਼ਾਮ ਵਿੱਚ ਕੁਐਸਚਨ ਆਉਂਦੇ ਆ ਨਾ, ਉਹ ਸਾਰੇ 10 ਈਅਰ ਤੋਂ ਇਦਾਂ ਦੇ ਹੀ ਆਉਂਦੇ। 80% ਤੋਂ ਅਬਵ ਜਿਹੜਾ ਆ ਤੁਹਾਡਾ ਸੈਕਸ਼ਨ ਸਾਰਾ ਉਹ 10 ਈਅਰ ਹੀ ਕਵਰ ਕਰ ਲੈਂਦਾ ਆ। ਸੋ ਇਹ 10 ਈਅਰ ਜਿਹੜਾ 2010 ਤੋਂ ਲੈ ਕੇ 2019 ਤੱਕ ਦਾ ਸਾਰੇ ਦਾ ਸਾਰਾ ਅਸੀਂ ਇਹਦੇ ਵਿੱਚ ਸੋਲਵ ਕਰਾਉਣੀ ਵੀਡੀਓਜ਼ ਦੇ ਵਿੱਚੋਂ। ਤੇ ਸਾਰੀਆਂ ਵੀਡੀਓਜ਼ ਦੇਖਣ ਦੇ ਲਈ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਇਹਨੂੰ ਸਬਸਕ੍ਰਾਈਬ ਕਰੋ। ਸੋ ਹੁਣ ਦੇਖਦੇ ਹਾਂ ਕਿ ਸਾਨੂੰ ਕਿਹੜੀ ਸਟੇਟਮੈਂਟ ਦਿੱਤੀ ਹੋਈ ਆ। ਸੋ ਇਹ ਫਸਟ ਚੈਪਟਰ ਦੀ ਆ, ਚੈਪਟਰ ਵਾਈਜ਼ ਇਹ ਆਪਾਂ ਚੱਲਾਂਗੇ ਸਾਰਾ। ਅਕਾਊਂਟਿੰਗ ਫॉर ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ। ਪ੍ਰੀਵੀਅਸ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ, ਉਹਦੇ ਵਿੱਚ ਤੁਸੀਂ ਦੇਖ ਲਿਓ ਕਿ ਰਿਸਿਪਟ ਐਂਡ ਪੇਮੈਂਟ ਅਕਾਊਂਟ ਦੀ ਸਟੇਟਮੈਂਟ ਕਿੱਦਾਂ ਡਿਵੈਲਪ ਕਰਨੀ ਹੈ, ਠੀਕ ਹੈ। ਸੋ ਇਹ 'ਚ ਹੈਗੀ ਆ ਪ੍ਰੀਪੇਅਰ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਫॉर ਦ ਫੋਲੋਇੰਗ ਪਾਰਟੀਕੂਲਰਸ ਆਫ ਯੂਥ ਕਲੱਬ ਹੈ, ਕੋਈ ਯੂਥ ਕਲੱਬ ਆ, ਫॉर द ईयर एंडेड 31 ਮਾਰਚ 2018 ਤੱਕ। 31 ਮਾਰਚ 2018 ਤੱਕ ਆਪਾਂ ਇਨਕਮ ਤੇ ਐਕਸਪੈਂਡੀਚਰ ਦੀ ਅਕਾਊਂਟ ਬਣਾਉਣਾ, ਠੀਕ ਹੈ। ਸੋ ਮੇਰੇ ਦੋਸਤੋ ਸਭ ਤੋਂ ਪਹਿਲਾਂ ਜੇ ਇਨਕਮ ਐਂਡ ਐਕਸਪੈਂਡੀਚਰ ਦੀ ਬਣਾਉਣੀ ਅਸੀਂ ਨਾ, ਉਹ ਕਰੰਟ ਈਅਰ ਦੀ ਹੀ ਹੁੰਦੀ ਹੈ। ਇਹਦੇ ਨਾਲ ਡਿਫਰੈਂਟ ਹੁੰਦੀ ਹੈ ਰਿਸਿਪਟ ਐਂਡ ਪੇਮੈਂਟ ਨਾਲੋਂ। ਇਹ ਕਰੰਟ ਈਅਰ ਦੀ ਹੀ ਹੁੰਦੀ। ਕਰੰਟ ਈਅਰ ਦਾ ਮਤਲਬ ਹੈਗਾ 1 ਅਪ੍ਰੈਲ ਤੋਂ ਲੈ ਕੇ 31 ਮਾਰਚ 2018 ਤੱਕ, ਠੀਕ ਹੈ। ਉਹ ਤੁਹਾਨੂੰ ਕੋਈ ਵੀ ਗਿਵਨ ਹੋ ਸਕਦਾ ਹੈ। 1 ਅਪ੍ਰੈਲ 2017 ਤੋਂ 31 ਮਾਰਚ 2018 ਤੱਕ ਇਹ ਤੁਹਾਡਾ ਹੋ ਗਿਆ ਕਰੰਟ ਈਅਰ ਐਂਡਡ, ਜਿਹੜਾ ਇਹ ਜਦੋਂ ਐਂਡ ਹੋਣ ਵਾਲੀ ਤਰੀਕ ਆ। ਸੋ ਇਹਦੇ ਵਿੱਚ ਇਨਕਮ ਐਂਡ ਐਕਸਪੈਂਡੀਚਰ ਦੇ ਵਿੱਚ ਤੁਹਾਡੇ ਕੋਲ ਰੈਵਨਿਊ ਆਈਟਮਸ ਦੀਆਂ ਹੀ ਕੈਲਕੂਲੇਸ਼ਨਸ ਹੋਣਗੀਆਂ, ਠੀਕ ਹੈ। ਰੈਵਨਿਊ ਆਈਟਮਸ ਜਿਨ੍ਹਾਂ ਦੇ ਉੱਤੇ ਤੁਸੀਂ ਖਰਚਾ ਕੀਤਾ ਹੋਇਆ, ਮਤਲਬ ਤੁਸੀਂ ਐਕਸਪੈਂਸਸ ਕੀਤੇ ਹੋਏ ਆ ਉਹਨਾਂ ਦੇ ਉੱਤੇ। ਤੇ ਰੈਵਨਿਊ ਦਾ ਮਤਲਬ ਹੁੰਦਾ ਜਦੋਂ ਇਨਕਮ ਆਉਂਦੀ ਆ, ਠੀਕ ਹੈ। ਇਨਕਮ ਆਉਂਦੀ ਜਾਂ ਤੁਸੀਂ ਐਕਸਪੈਂਡੀਚਰ ਕੀਤਾ ਹੋਇਆ। ਸੋ ਹੁਣ ਦੇਖ ਲੈਂਦੇ ਆ ਕਿ ਰਿਸਿਪਟ ਐਂਡ ਪੇਮੈਂਟ ਅਕਾਊਂਟ ਫॉर द ਈਅਰ ਐਂਡਡ ਔਨ 31 ਮਾਰਚ 2018 ਤੱਕ ਜਿੰਨੀ ਵੀ ਸਾਡੇ ਕੋਲ ਜਿਹੜੀ ਆ ਪੇਮੈਂਟ ਰਿਸੀਵ ਹੋਈ ਆ ਜਾਂ ਅਸੀਂ ਪੇਮੈਂਟ ਕੀਤੀ ਆ, ਠੀਕ ਹੈ, ਅਮਾਊਂਟ ਰਿਸੀਵ ਹੋਇਆ ਜਾਂ ਪੇਮੈਂਟ ਕੀਤੀ, ਉਹ ਸਾਰੀ ਦੀ ਡਿਟੇਲ ਸਾਨੂੰ ਗਿਵਨ ਹੈ ਇੱਥੇ। ਹੁਣ ਦੇਖ ਲੈਂਦੇ ਆ, ਇੱਕ ਵਾਰੀ ਮੈਂ ਤੁਹਾਨੂੰ ਰੀਡ ਕਰਕੇ ਦੱਸ ਦਿੰਦਾ ਹੈ। ਤੁਸੀਂ ਪਿੱਛੇ ਜਾ ਕੇ ਸਕਰੀਨਸ਼ਾਟ ਵੀ ਲੈ ਸਕਦੇ ਆ ਵੀਡੀਓ ਤੋਂ, ਠੀਕ ਹੈ। ਸਕਰੀਨਸ਼ਾਟ ਲੈ ਕੇ ਇੱਕ ਵਾਰੀ ਆਪ ਵੀ ਰੀਡ ਕਰਕੇ ਦੇਖਿਓ। ਸੋ ਰਿਸਿਪਟ ਦੇਖ ਲਓ ਕੀ ਆ। ਬੈਲੈਂਸ ਹੈਗਾ ਸਾਡੇ ਕੋਲ 35,500। ਸਬਸਕ੍ਰਿਪਸ਼ਨਸ ਹੈਗੀਆਂ 2016-17 ਦੀਆਂ, 17-18 ਦੀ, 18-19 ਦੀ ਆ। ਆ ਸਾਰੀਆਂ ਸਬਸਕ੍ਰਿਪਸ਼ਨ ਸਾਨੂੰ ਦਿੱਤੀਆਂ ਹੋਈਆਂ। 16-17 ਦੀ ਹੈਗੀ ਆ 1500, 17-18 ਦੀ 60,000, 18-19 ਦੀ ਹੈਗੀ ਆ 1,800 ਜਾਣੀ ਕਿ 1800। ਸੋ ਟੋਟਲ ਬਣਦਾ ਹੈਗਾ ਸਾਡੇ ਕੋਲ 63,300, ਠੀਕ ਹੈ। ਡੋਨੇਸ਼ਨ ਸਾਡੇ ਕੋਲ ਆਈ ਗਿਆ ਬਿਲੀਅਰਡਸ ਟੇਬਲ ਦੇ ਲਈ 90,000 ਸਾਡੇ ਕੋਲ ਡੋਨੇਸ਼ਨ ਆਈ ਆ। ਹੁਣ ਮੇਰੇ ਦੋਸਤੋ ਇੱਕ ਗੱਲ ਜ਼ਰੂਰ ਚੇਤੇ ਰੱਖਿਓ ਕਿ ਇਨਕਮ ਐਂਡ ਐਕਸਪੈਂਡੀਚਰ ਦੇ ਵਿੱਚ ਇਨਕਮ ਵਾਲੇ ਡੋਨੇਸ਼ਨ ਜਿਹੜੇ ਕਾਊਂਟ ਹੁੰਦੇ ਆ, ਬਟ ਜਨਰਲ ਡੋਨੇਸ਼ਨ ਹੀ ਕਾਊਂਟ ਹੁੰਦੇ ਸਿਰਫ। ਜਿਹੜੇ ਸਪੈਸ਼ਲਾਈਜ਼ਡ ਜਿਹੜੇ ਡੋਨੇਸ਼ਨ ਹੁੰਦੇ ਨਾ, ਸਪੈਸ਼ਲ ਡੋਨੇਸ਼ਨਸ ਹੁੰਦੇ ਆ, ਉਹ ਸਾਡੀ ਲਾਇਬਿਲਿਟੀ ਸਾਈਡ ਦੇ ਉੱਤੇ ਕਾਊਂਟ ਹੁੰਦੇ ਆ। ਇਹਦੇ ਵਿੱਚ ਨਹੀਂ ਕਾਊਂਟ ਹੋਣੇ, ਸਾਡੀ ਇਨਕਮ ਵਾਲੇ ਪਾਸੇ ਨਹੀਂ ਕਾਊਂਟ ਹੋਣੇ ਹੈਗੇ। ਇਸ ਕਰਕੇ ਜਿਹੜਾ ਡੋਨੇਸ਼ਨ ਆ, ਜੇ ਤਾਂ ਜਨਰਲ ਡੋਨੇਸ਼ਨ ਹੁੰਦਾ ਫਿਰ ਅਸੀਂ ਇਨਕਮ ਦੇ ਵਿੱਚ ਕੈਲਕੂਲੇਟ ਕਰ ਸਕਦੇ ਸੀ, ਉਹ ਇਨਕਮ ਵਾਲੀ ਸਾਈਡ ਦੇ ਉੱਤੇ ਰੱਖ ਸਕਦੇ ਸੀ। ਬਟ ਹੁਣ ਇਹ ਸਪੈਸ਼ਲ ਡੋਨੇਸ਼ਨ ਹੈ, ਇਸ ਕਰਕੇ ਅਸੀਂ ਨਹੀਂ ਰੱਖਣਾ, ਇਹ ਚੇਤੇ ਰੱਖਣਾ। ਜੇ ਰਿਸਿਪਟ ਵਾਲੀ ਜਿਹੜੀ ਸਾਈਡ ਹੁੰਦੀ ਆ ਉਹ ਇਨਕਮ ਵਾਲੀ ਸਾਈਡ ਹੁੰਦੀ, ਅਸੀਂ ਪੈਸੇ ਰਿਸੀਵ ਕੀਤੇ ਆ। ਬਟ ਇਹ ਹੁਣ ਅੱਗੇ ਦੇਖਦੇ ਆ ਕਿ ਕਿਹੜੀਆਂ ਚੀਜ਼ਾਂ ਅਸੀਂ ਕਾਊਂਟ ਕਰਨੀਆਂ, ਕਿਹੜੀਆਂ ਨਹੀਂ ਕਰਨੀਆਂ। ਇਹ ਵੀਡੀਓ ਪੂਰੀ ਦੇਖਿਓ, ਠੀਕ ਹੈ, ਤਾਂ ਤੁਹਾਨੂੰ ਸਮਝ ਲੱਗਣੀ ਵੀ ਅਸੀਂ ਕਿਹੜੀ ਚੀਜ਼ ਕਿੱਦਾਂ ਛੱਡੀ ਆ ਤੇ ਕਿਹੜੀ ਚੀਜ਼ ਰੱਖੀ ਆ। ਸੋ ਹੁਣ ਦੇਖ ਲੈਂਦੇ ਆਪਾਂ। ਐਂਟਰੈਂਸ ਫੀਸ ਆ 1100 ਰੁਪਈਆ। ਟੂ ਸੇਲ ਦਾ 올ਡ ਮੈਗਜ਼ੀਨ, ਇਹ ਵੀ ਸਾਡੀ ਇਨਕਮ ਹੀ ਆ, ਇਹ ਹੈਗੀ ਆ 450 ਰੁਪਈਆ, ਠੀਕ ਹੈ। ਸੋ ਸਾਡਾ ਟੋਟਲ ਅਮਾਊਂਟ ਲਿਖਿਆ ਹੋਇਆ। ਤੇ ਹੁਣ ਮੈਂ ਤੁਹਾਨੂੰ ਪੇਮੈਂਟ ਦੱਸ ਦਿੰਦਾ ਹੈ। ਸੈਲਰੀਜ਼ ਦਿੱਤੀਆਂ, ਪੇ ਕੀਤੀਆਂ, ਸੈਲਰੀਜ਼ ਕੀਤੀਆਂ 31,500, ਪੋਸਟੇਜ 1250, ਰੈਂਟ ਦਿੱਤਾ ਹੋਇਆ, ਪ੍ਰਿੰਟਿੰਗ ਐਂਡ ਸਟੇਸ਼ਨਰੀ ਦੇ ਸਾਡੇ ਕੋਲ 14,000 ਹੈ, ਸਪੋਰਟਸ ਮਟੀਰੀਅਲ ਜਿਹੜਾ ਆ ਉਹ 11,500 ਆ, ਮਿਸਲੀਨੀਅਸ ਐਕਸਪੈਂਸਸ ਜਿਹੜੇ ਆ ਯਾਨੀ ਕਿ ਫੁੱਟਕਲ ਖਰਚ ਜਿਹਨਾਂ ਨੂੰ ਪੰਜਾਬੀ 'ਚ ਕਹਿ ਦਿੰਦੇ ਆ, ਉਹ ਹੈਗੇ ਆ 3100 ਰੁਪਈਆ। ਫਰਨੀਚਰ ਜਿਹੜਾ ਹੁਣ ਸਾਨੂੰ ਸਪੈਸ਼ਲ ਡੇਟ ਦਿੱਤੀ ਹੋਈ ਆ, ਫਰਨੀਚਰ ਜਿਹੜਾ ਅਸੀਂ ਖਰੀਦਿਆ 20,000 ਦਾ, 1 ਅਕਤੂਬਰ 1 ਤਰੀਕ 10ਵਾਂ ਮਹੀਨਾ 2017 ਨੂੰ, ਠੀਕ ਹੈ। ਇਹ ਤੁਸੀਂ ਜ਼ਰੂਰ ਚੇਤੇ ਰੱਖਣੀਆਂ। ਸਪੈਸ਼ਲ ਮੈਂਸ਼ਨ ਦਿੱਤੀਆਂ ਹੋਈਆਂ, ਡੇਟਸ ਦਿੱਤੀਆਂ ਹੋਈਆਂ। ਬਾਈ 10% ਇਨਵੈਸਟਮੈਂਟ ਜਿਹੜੀ ਅਸੀਂ ਕੀਤੀ 70,000 ਦੀ ਇਨਵੈਸਟਮੈਂਟ ਕੀਤੀ, ਕਦੋਂ ਕੀਤੀ ਆ? 1 ਅਕਤੂਬਰ 2017 ਨੂੰ ਹੀ ਕੀਤੀ ਆ ਇਹ ਵੀ, ਠੀਕ ਹੈ।
ਸੋ ਇਹ ਹੈਗੀ ਹੁਣ ਬੈਲੈਂਸ ਜਿਹੜਾ ਸਾਡੇ ਕੋਲ ਬਣਦਾ ਹੈਗਾ ਆ ਉਹ ਹੈਗਾ 27000 ਰੁਪਏ। ਸੋ ਹੁਣ ਮੇਰੇ ਦੋਸਤੋ ਇਨਕਮ ਐਕਸਪੈਂਡੀਚਰ ਐਂਡ ਰਿਸਿਪਟ ਐਂਡ ਪੇਮੈਂਟ ਦੇ ਵਿੱਚ ਕੀ ਫਰਕ ਹੁੰਦਾ? ਸਿੱਧਾ ਸਿੱਧਾ ਰਿਸਿਪਟ ਵਾਲਾ ਪਾਸਾ ਡੈਬਿਟਰ ਸਾਈਡ ਦਾ ਹੁੰਦਾ ਹੈ ਤੇ ਪੇਮੈਂਟ ਵਾਲਾ ਪਾਸਾ ਕ੍ਰੈਡਿਟ ਸਾਈਡ ਦਾ ਹੁੰਦਾ ਹੈ। ਬਟ ਇਨਕਮ ਐਕਸਪੈਂਡੀਚਰ ਵਿੱਚ ਕੀ ਹੋਣਾ, ਜਿਹੜਾ ਸਾਡਾ ਇਨਕਮ ਵਾਲਾ ਪਾਸਾ ਉਹ ਕ੍ਰੈਡਿਟ ਸਾਈਡ ਬਣ ਜਾਣੀ ਆ, ਐਕਸਪੈਂਡੀਚਰ ਵਾਲਾ ਪਾਸਾ ਜਿਹੜਾ ਉਹ ਡੈਬਿਟ ਸਾਈਡ ਬਣ ਜਾਣੀ ਆ। ਠੀਕ ਹੈ, ਇਹ ਫਰਕ ਜਿਹੜਾ ਜ਼ਰੂਰ ਹੁੰਦਾ ਹੈ। ਜੇ ਕੋਈ ਸਰਪਲਸ ਅਮਾਊਂਟ ਹੋਵੇ ਉਹ ਐਕਸਪੈਂਡੀਚਰ ਵਾਲੇ ਪਾਸੇ ਜਿਹੜਾ ਜਮ੍ਹਾਂ ਹੋਣਾ, ਤੇ ਜੇ ਸਾਡਾ ਡੈਫੀਸਿਟ ਹੋਵੇ ਤਾਂ ਉਹ ਇਨਕਮ ਵਾਲੇ ਪਾਸੇ ਜਿਹੜਾ ਆਪਾਂ ਜੋੜ ਦਈਦਾ। ਠੀਕ ਹੈ, ਆਹ ਜ਼ਰੂਰ ਤੁਸੀਂ ਟਰਮਸ ਚੇਤੇ ਰੱਖਿਓ। ਹੁਣ ਨੈਕਸਟ ਦੇਖ ਲੈਣੇ ਸਾਡੇ ਕੋਲ ਐਡੀਸ਼ਨਲ ਇਨਫੋਰਮੇਸ਼ਨ ਕੀ ਦਿੱਤੀ ਹੋਈ ਆ, ਉਹ ਵੀ ਸਾਨੂੰ ਯੂਜ਼ ਕਰਨੀ ਪੈਣੀ ਆ। ਸਬਸਕ੍ਰਿਪਸ਼ਨ ਆਊਟਸਟੈਂਡਿੰਗ ਐਜ਼ ਐਟ ਮਾਰਚ 31 2018। ਹੁਣ ਦੇਖੋ 31 ਮਾਰਚ 2018 ਤੱਕ ਜਿਹੜੀ ਸਾਡੇ ਕੋਲ ਆਊਟਸਟੈਂਡਿੰਗ ਜਿਹੜੀ ਆ ਉਹ ਸਬਸਕ੍ਰਿਪਸ਼ਨ ਆ 16200 ਆ। ਹੁਣ ਸਾਨੂੰ ਇਹ ਵੀ ਐਡ ਕਰਨੀ ਪੈਣੀ ਆ। ਦੂਜਾ ਪੁਆਇੰਟ ਕੀ ਆ, 1200 ਇਜ਼ ਸਟਿਲ ਇਨ ਏਰੀਅਰਸ ਫॉर ਦ ਈਅਰ 2016 ਤੇ 17 ਫॉर ਸਬਸਕ੍ਰਿਪਸ਼ਨ। ਹੁਣ ਦੇਖੋ ਇਹ ਜਿਹੜੀ ਆ 1200 ਰੁਪਈਆ ਜਿਹੜਾ ਆ ਤੇ ਇਹ ਹੁਣ 2016-17 ਦੇ ਵਿੱਚ ਏਰੀਅਰ ਆ। ਠੀਕ ਹੈ, ਇਹ ਹੁਣ ਸਾਨੂੰ ਵਿੱਚੋਂ ਜੇ ਤਾਂ ਅਸੀਂ 17-18 ਜੇ ਅਸੀਂ 17-18 ਦਾ ਕੱਢਦੇ ਆ ਨਾ ਤਾਂ ਇਹ 16-17 ਪ੍ਰੀਵੀਅਸ ਈਅਰ ਦਾ ਇਹ ਸਾਨੂੰ ਸਬਟਰੈਕਟ ਕਰਨਾ ਪੈਣਾ। ਸੋ ਨੈਕਸਟ ਦੇਖ ਲੈਣਾ ਡੈਪਰੀਸ਼ੀਏਸ਼ਨ ਟੂ ਬੀ ਪ੍ਰੋਵਾਈਡਡ। ਡੈਪਰੀਸ਼ੀਏਸ਼ਨ ਹੁਣ ਕੀ ਹੁੰਦੀ ਹੈ? ਡੈਪਰੀਸ਼ੀਏਸ਼ਨ ਮਤਲਬ ਹੁਣ ਤੁਸੀਂ ਕੋਈ ਕਾਰ ਖਰੀਦੀ ਅੱਜ, ਤੁਸੀਂ 10 ਲੱਖ ਦੀ ਕਾਰ ਅੱਜ ਖਰੀਦੀ ਆ, 1 ਸਾਲ ਬਾਅਦ ਜਿਹੜੀ ਆ ਮੰਨ ਲਓ ਉਹਦੀ ਡੈਪਰੀਸ਼ੀਏਸ਼ਨ ਹੋ ਜਾਣੀ ਆ 10%। ਇਹਦਾ ਮਤਲਬ ਕੀ ਆ ਕਿ ਅਗਲੇ ਸਾਲ ਉਹਦੀ ਵੈਲਿਊ 1 ਲੱਖ ਰੁਪਈਆ ਘਟ ਗਈ। ਠੀਕ ਹੈ, ਇਸ ਤਰੀਕੇ ਦੇ ਨਾਲ ਜਿਹੜੀ ਆ ਡੈਪਰੀਸ਼ੀਏਸ਼ਨ ਹੁੰਦੀ ਆ ਅਮਾਊਂਟ ਦੀ। ਅਮਾਊਂਟ ਯਾਨੀ ਕਿ ਘਟਦਾ ਰਹਿੰਦਾ, ਕੋਈ ਵੀ ਚੀਜ਼ ਅਸੀਂ ਲੈਂਦੇ ਆ ਤਾਂ ਉਹਦੀ ਡੈਪਰੀਸ਼ੀਏਸ਼ਨ ਹੋ ਜਾਂਦੀ ਆ। ਮਤਲਬ ਜੇ ਫਰਨੀਚਰ ਖਰੀਦਦੇ ਆ ਤਾਂ ਅਗਲੇ ਸਾਲ ਉਹਦੀ ਵੈਲਿਊ ਘਟ ਜਾਣੀ ਆ। ਇੱਥੇ ਹੁਣ ਅਸੀਂ ਕੀ ਕੀਤਾ, ਫਰਨੀਚਰ ਹੀ ਖਰੀਦਿਆ ਤੇ ਇਹਦੀ ਡੈਪਰੀਸ਼ੀਏਸ਼ਨ ਵੀ ਹੋ ਜਾਣੀ 10% ਆ। ਸੋ ਨੈਕਸਟ ਕੀ ਆ, ਵੈਲਿਊ ਆਫ ਸਪੋਰਟਸ ਮਟੀਰੀਅਲ ਐਟ ਦਾ ਬਿਗਿਨਿੰਗ, ਯਾਨੀ ਕਿ ਓਪਨਿੰਗ ਜਿਹੜਾ ਆ ਸਾਡੇ ਕੋਲ ਓਪਨਿੰਗ ਜਿਹੜਾ ਸਟਾਕ ਆ ਉਹ ਹੈਗਾ ਆ 3000 ਦਾ, ਐਂਡ ਐਟ ਦਾ ਐਂਡ ਆਫ ਦਾ ਈਅਰ ਵਾਜ਼ 4500 ਰੁਪਈਆ ਰਿਸਪੈਕਟਿਵਲੀ। ਓਪਨਿੰਗ ਸਟਾਕ ਜਿਹੜਾ ਸਾਡੇ ਕੋਲ 3000 ਤੇ ਐਂਡਿੰਗ ਸਟਾਕ ਹੈਗਾ ਸਾਡੇ ਕੋਲ 4500। ਜਿਹੜਾ ਸਪੋਰਟਸ ਮਟੀਰੀਅਲ ਆਪਾਂ ਇੱਧਰ ਖਰੀਦਿਆ ਸੀਗਾ, ਸਪੋਰਟਸ ਮਟੀਰੀਅਲ ਜਿਹੜਾ 11500 ਰੁਪਏ ਦਾ ਖਰੀਦਿਆ ਸੀ, ਇਹਦੀ ਅਸੀਂ ਠੀਕ ਹੈ ਸਾਨੂੰ ਵੈਲਿਊ ਦਿੱਤੀ ਹੋਈ। ਹੁਣ ਨੈਕਸਟ ਦੇਖਦੇ ਹਾਂ ਜੀ, ਅਸੀਂ ਸਭ ਤੋਂ ਪਹਿਲਾਂ ਤਾਂ ਬਣਾਉਂਦੇ ਆ ਅਸੀਂ ਇਨਕਮ ਦੀ ਬਣਾਉਂਦੇ, ਇਨਕਮ ਸਟੇਟਮੈਂਟ ਬਣਾਉਂਦੇ ਆ। ਸੋ ਆ ਇਹ ਇੱਥੋਂ ਬਣਨੀ ਸਾਡੇ ਕੋਲ। ਸੋ ਹੁਣ ਦੇਖ ਲੈਂਦੇ ਆ ਕਿਹੜੀ ਕਿਹੜੀ ਚੀਜ਼ ਆਪਾਂ ਐਡ ਅਪ ਕਰਨੀ ਹੈ ਤੇ ਕਿਹੜੀ ਕਿਹੜੀ ਚੀਜ਼ ਅਸੀਂ ਜਿਹੜੀ ਆ ਸਬਟਰੈਕਟ ਕਰਨੀ ਹੈ। ਇਸ ਤਰੀਕੇ ਨਾਲ ਕਰ ਲੈਂਦੇ ਹਾਂ। ਠੀਕ, ਸੋ ਇੱਦਾਂ ਦੇਖ ਲੈਂਦੇ ਆ। ਹੁਣ ਸਾਡੇ ਕੋਲ ਸਭ ਤੋਂ ਪਹਿਲਾਂ ਕੀ ਸੀਗਾ ਕਿ ਸਿਰਫ ਆਪਾਂ ਰੈਵਨਿਊ ਆਈਟਮ ਸੀ ਜਿਹੜੀਆਂ ਕਰੰਟ ਈਅਰ ਦੀਆਂ ਉਹ ਕਾਊਂਟ ਕਰਨੀਆਂ। ਹੁਣ ਰੈਵਨਿਊ ਆਈਟਮਸ ਦੇ ਵਿੱਚ ਸਾਡੇ ਕੋਲ ਕਿਹੜੀ ਕਿਹੜੀ ਚੀਜ਼ ਆ ਜਾਂਦੀ ਆ। ਹੁਣ ਦੇਖੋ 2016-17 ਤਾਂ ਤੁਸੀਂ ਛੱਡ ਦਿਓ, ਕਿਉਂਕਿ ਤੁਸੀਂ ਕੀ ਕਰ ਰਹੇ ਆ 31 ਮਾਰਚ 2018 ਦੇ ਲਈ ਤੁਸੀਂ ਕੈਲਕੂਲੇਸ਼ਨਸ ਕਰ ਰਹੇ ਸਾਰੀਆਂ। ਸੋ ਇਹ ਕਦੋਂ ਹੋਣੀਆਂ? 2017 ਤੋਂ ਲੈ ਕੇ 2018 ਤੱਕ ਦੀਆਂ। ਠੀਕ ਹੈ, 2018 ਦੇ ਕਿਹੜੀ ਆ ਇਹ? 1 ਅਪ੍ਰੈਲ 2017 ਤੋਂ 31 ਮਾਰਚ 2018 ਤੱਕ ਦੀਆਂ ਸਾਰੀਆਂ ਸਾਡੇ ਕੋਲ ਕੈਲਕੂਲੇਸ਼ਨਸ ਹੋਣੀਆਂ। ਸੋ ਇਹਦੇ ਵਿੱਚ ਦੇਖ ਲੈਂਦੇ ਆ ਕਿ 2016-17 ਦੀ ਇਹ ਕੈਂਸਲ ਹੋ ਗਈ। ਠੀਕ ਹੈ, 18-19 ਦੀ ਵੀ ਅਸੀਂ ਕੈਂਸਲ ਕਰ ਦਿੱਤੀ ਹੈ। ਕਿਹੜੀ ਕਿਹੜੀ ਸਾਡੇ ਕੋਲ ਸਿਰਫ ਸਬਸਕ੍ਰਿਪਸ਼ਨ ਸਾਡੇ ਕੋਲ ਬਚੀ ਆ 60000 ਰੁਪਏ ਸਾਡੇ ਕੋਲ ਸਬਸਕ੍ਰਿਪਸ਼ਨ ਦਾ ਬਚਿਆ। ਸਾਡੇ ਕੋਲ ਸਬਸਕ੍ਰਿਪਸ਼ਨ ਅਮਾਊਂਟ ਕਿਹੜਾ ਬਚਿਆ? ਉਹ ਹੈਗਾ 60000। ਠੀਕ ਹੈ, ਇਹ ਬਚਿਆ। ਬਟ ਸਾਨੂੰ ਕੀ ਦਿੱਤਾ ਹੋਇਆ? ਆਊਟਸਟੈਂਡਿੰਗ ਸਬਸਕ੍ਰਿਪਸ਼ਨ ਵੀ ਸਾਨੂੰ ਗਿਵਨ ਆ। ਠੀਕ ਹੈ, ਆਊਟਸਟੈਂਡਿੰਗ ਸਾਡੇ ਕੋਲ ਸਬਸਕ੍ਰਿਪਸ਼ਨ ਕੀ ਸੀਗੀ? ਉਹ ਸੀਗੀ ਸਾਡੇ ਕੋਲ 16200। ਠੀਕ ਹੈ, ਇਹ ਸਾਨੂੰ ਦਿੱਤੀ ਹੋਈ ਸੀ ਸਬਸਕ੍ਰਿਪਸ਼ਨ ਜਿਹੜੀ ਆਊਟਸਟੈਂਡਿੰਗ, ਇਹ ਸਾਨੂੰ ਦਿੱਤੀ ਸੀਗੀ 16200 31 ਮਾਰਚ 2018 ਤੱਕ। ਬਟ ਸਾਡੇ ਕੋਲ 1200 ਰੁਪਈਆ ਜਿਹੜਾ ਸੀਗਾ 1200 ਰੁਪਈਆ ਸੀਗਾ ਉਹ ਏਰੀਅਰ ਸੀਗਾ 2016-17 ਦਾ। 2016 ਤੇ 17 ਦਾ ਸੀਗਾ। ਇਹ ਇਸ ਵਿੱਚੋਂ ਮਾਈਨਸ ਕਰ ਦੇਣਾ। ਹੁਣ ਸਾਡੇ ਕੋਲ ਕਿੰਨਾ ਅਮਾਊਂਟ ਬਚਿਆ? 15000 ਸਾਡੇ ਕੋਲ ਬਚ ਗਿਆ। ਸੋ ਆਊਟਸਟੈਂਡਿੰਗ ਜਿਹੜੀ ਆ ਸਬਸਕ੍ਰਿਪਸ਼ਨ, ਆਊਟਸਟੈਂਡਿੰਗ ਸਬਸਕ੍ਰਿਪਸ਼ਨ ਕਿੰਨੀ ਆ ਗਈ ਸਾਡੇ ਕੋਲ? 15000 ਰੁਪਈਆ। ਸੋ ਸਾਡੇ ਕੋਲ ਹੁਣ ਟੋਟਲ ਬੈਲੈਂਸ ਜਿਹੜਾ ਟੋਟਲ ਬਣ ਗਿਆ ਕਿੰਨਾ ਆ ਗਿਆ? ਉਹ 75000। ਠੀਕ ਹੈ, ਸੋ ਪਹਿਲੀ ਐਂਟਰੀ ਤਾਂ ਸਾਡੇ ਕੋਲ ਇਨਕਮ ਵਾਲੇ ਪਾਸੇ ਇਹ ਹੋ ਗਈ ਹੈ। ਇਨਕਮ ਵਾਲਾ ਪਾਸਾ ਕ੍ਰੈਡਿਟ ਸਾਈਡ ਹੁੰਦੀ ਹੈ। ਠੀਕ ਹੈ, ਸੋ ਇਹ ਹੋ ਗਈ ਸਾਡੇ ਕੋਲ। ਸੋ ਨੈਕਸਟ ਕੀ ਸੀਗੀ ਸਾਡਾ? ਹੁਣ ਡੋਨੇਸ਼ਨਸ ਜਿਹੜੇ ਆ, ਡੋਨੇਸ਼ਨ ਹੈਗੇ ਆ ਸਪੈਸ਼ਲ ਡੋਨੇਸ਼ਨ ਹੈ ਇਹ।
ਠੀਕ ਹੈ, ਸਾਨੂੰ ਮੈਂਸ਼ਨ ਕੀਤਾ ਹੋਇਆ ਕਿਹੜੀ ਚੀਜ਼ ਦੇ ਉੱਤੇ, ਇਸ ਕਰਕੇ ਆਪਾਂ ਕਾਊਂਟ ਨਹੀਂ ਕਰਨੇ ਹੈਗੇ। ਹੁਣ ਅਗਲਾ ਕੀ ਹੋ ਗਿਆ ਸਾਡੇ ਕੋਲ, ਐਂਟਰੈਂਸ ਫੀਸ ਹੋ ਗਈ ਸਾਡੀ। ਇਹ ਇੱਥੇ ਮੂਹਰੇ ਲਿਖ ਦੇਣਾ ਬਾਈ ਐਂਟਰੈਂਸ। ਐਂਟਰੈਂਸ ਫੀਸ ਸਾਡੀ ਕਿੰਨੀ ਸੀਗੀ, ਇਹ ਸੀਗੀ ਸਾਡੀ 1100 ਰੁਪਈਆ ਸੀਗਾ। ਨੈਕਸਟ ਕੀ ਆ, ਟੂ ਸੇਲ ਆਫ ਓਲਡ ਮੈਗਜ਼ੀਨ, ਸੇਲ ਆਫ ਓਲਡ ਮੈਗਜ਼ੀਨ। ਸੋ ਸੇਲ ਆਫ ਓਲਡ ਮੈਗਜ਼ੀਨ ਸਾਡੇ ਕੋਲ ਕਿੰਨੀ ਸੀਗੀ, 4500 ਰੁਪਈਆ, ਸੌਰੀ 450 ਰੁਪਈਏ ਸਿਰਫ। ਠੀਕ ਹੈ, ਸੋ ਨੈਕਸਟ ਹੈਗੀ ਸਾਡੇ ਕੋਲ, ਹੁਣ ਦੇਖੋ ਇੱਧਰਲੇ ਪਾਸੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦਾ ਹੈ ਕਿ ਇਹ ਕੀਤੀ ਸੀਗੀ ਆਪਾਂ ਇਨਵੈਸਟਮੈਂਟ ਵੀ ਕੀਤੀ ਸੀਗੀ। ਇਨਵੈਸਟਮੈਂਟ ਕਿੰਨੀ ਕੀਤੀ ਸੀ, 70000 ਰੁਪਈਆ ਇਨਵੈਸਟਮੈਂਟ। ਹੁਣ ਤੁਸੀਂ ਆਪ ਦੇਖੋ, ਤੁਸੀਂ ਕੋਈ ਵੀ ਬੈਂਕ ਦੇ ਵਿੱਚ FD ਬਣਾਉਣੇ ਤਾਂ ਸਾਨੂੰ ਅਗਲੇ ਸਾਲ ਜਿਹੜਾ ਉਹਦਾ ਵਿਆਜ ਮਿਲਦਾ, ਜਾਣੀ ਕਿ ਉਹਦਾ ਇੰਟਰਸਟ ਮਿਲ ਜਾਂਦਾ ਹੈ, ਉਹ ਸਾਡੀ ਕਮਾਈ ਹੀ ਹੁੰਦੀ ਹੈ ਇੱਕ ਕਿਸਮ ਦੀ। ਸੋ ਉਹ ਵੀ ਸਾਡੀ ਇਨਕਮ ਹੋ ਗਈ ਆ। ਸੋ ਇਹ ਡੇਟ ਜਿਹੜੀ ਮੈਂਸ਼ਨ ਕੀਤੀ ਹੋਈ ਸੀਗੀ। ਹੁਣ ਅੱਗੇ ਇੱਕ ਚੀਜ਼ ਦੇਖਦੇ ਹਾਂ ਕਿ ਆਹ ਦੇਖੋ, ਜਿਹੜੀ ਸਾਡੇ ਕੋਲ 70000 ਰੁਪਈਆ ਸੀਗਾ ਸਾਨੂੰ ਗਿਵਨ ਸੀਗਾ, 70000 ਰੁਪਈਆ ਸਾਨੂੰ ਇਨਵੈਸਟਮੈਂਟ ਕੀਤੀ ਸੀਗੀ। ਇਹਦਾ ਹੁਣ 10% ਹੀ ਸਾਡੀ ਇਨਕਮ ਹੋਣੀ ਆ। ਠੀਕ ਹੈ, 10% ਸਾਡੀ ਇਨਕਮ ਹੋਣੀ ਆ। ਹੁਣ ਅਸੀਂ ਕੈਲਕੂਲੇਟ ਕਿਹੜੇ ਅਸੀਂ ਕਰ ਰਹੇ ਹਾਂ, 31 ਮਾਰਚ 2018 ਦੇ ਲਈ ਕੈਲਕੂਲੇਟ ਕਰ ਰਹੇ ਹਾਂ। ਹੁਣ ਇੱਕ ਸਾਲ ਨਹੀਂ ਆਪਾਂ ਲਾ ਸਕਦੇ, ਕਿਉਂਕਿ ਇਹ 1 ਅਕਤੂਬਰ 2017 ਨੂੰ ਸੀ। ਹੁਣ ਦੇਖੋ 6 ਮਹੀਨੇ ਸਿਰਫ ਜਿਹੜੇ ਆ ਉਹ ਬਚਦੇ ਆ, 6 ਮਹੀਨੇ ਦਾ ਹੀ ਇੰਟਰਸਟ ਜਿਹੜਾ ਸਾਡੇ ਕੋਲ ਪੈਣਾ ਹੈ। ਠੀਕ ਹੈ, ਸੋ ਜਦੋਂ ਅਸੀਂ ਸਾਰਾ ਕੁਝ ਇਹ ਕੈਲਕੂਲੇਟ ਕਰਾਂਗੇ, ਸੋ ਇਹ ਸਾਡੇ ਕੋਲ ਬਚਦਾ ਹੈ ਸਿਰਫ 3500 ਰੁਪਈਆ। ਠੀਕ ਹੈ, 3500 ਕੀ ਹੈ ਸਾਡਾ ਜਿਹੜਾ ਇੰਟਰਸਟ ਆਇਆ ਸਾਡੇ ਕੋਲ, ਇੰਟਰਸਟ ਵਾਲੇ ਪਾਸੇ ਆ ਗਿਆ। ਇਹ ਵੀ ਸਾਡੀ ਇਨਕਮ ਹੀ ਹੋ ਗਈ ਆ। ਬਾਈ ਇੰਟਰਸਟ ਔਨ ਇਨਵੈਸਟਮੈਂਟ, ਇਹ ਸਾਡੇ ਕੋਲ ਕਿੰਨਾ ਸੀਗਾ, 3500 ਰੁਪਈਆ। ਠੀਕ ਹੈ ਜੀ, ਇਹ ਸਾਡੀਆਂ ਸਾਰੀਆਂ ਇਨਕਮ ਦੀਆਂ ਇਨਕਮ ਵਾਲਾ ਪਾਸਾ ਆਇਆ ਹੈ। ਠੀਕ ਹੈ, ਤੇ ਇਹਨੂੰ ਅਸੀਂ ਐਡ ਅਪ ਕਰ ਦਿੰਦੇ ਆ। ਇਹ ਕਿੰਨਾ ਬਣਦਾ ਸਾਡੇ ਕੋਲ, ਸੋ ਇਹ ਸਾਡਾ ਬਣ ਗਿਆ ਸਾਰਾ ਹੀ 80000 ਤੇ 50 ਰੁਪਈਏ। ਠੀਕ ਹੈ, ਇੰਨੀ ਸਾਡੀ ਜਿਹੜੀ ਇਨਕਮ ਵਾਲਾ ਪਾਸਾ ਬਣ ਗਿਆ। ਹੁਣ ਨੈਕਸਟ ਕੈਲਕੂਲੇਟ ਕਰਦੇ ਹਾਂ ਅਸੀਂ ਐਕਸਪੈਂਡੀਚਰ ਲਈ, ਆਪਾਂ ਕੈਲਕੂਲੇਟ ਕਰਦੇ ਹਾਂ, ਐਕਸਪੈਂਡੀਚਰ ਵਾਲੇ ਪਾਸੇ ਆ ਜਾਂਦੇ ਹਾਂ। ਸੋ ਇੱਧਰ ਹੁਣ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਚੀਜ਼ਾਂ ਸਾਨੂੰ ਡਾਇਰੈਕਟਲੀ ਗਿਵਨ ਆ, ਇਹ ਹੈਗਾ ਆ ਆਪਣੇ ਕੋਲ ਸੈਲਰੀਜ਼ ਦੀਆਂ। ਹੁਣ ਸੈਲਰੀਜ਼ ਹੋ ਗਈਆਂ। ਸੈਲਰੀਜ਼ ਕਿੰਨੀ ਆਪਾਂ ਦਿੱਤੀ ਆ, ਸੈਲਰੀ ਹੈਗੀ ਆ 31500। ਠੀਕ ਹੈ, ਨੈਕਸਟ ਕੀ ਆ, ਪੋਸਟੇਜ। ਹੁਣ ਪੋਸਟੇਜ ਕਿੰਨੀ ਆ, 1250। ਠੀਕ ਹੈ ਜੀ, ਹੁਣ ਨੈਕਸਟ ਕਿੰਨੀ ਆ, ਰੈਂਟ। 2 ਮੋਰੇ ਲਾ ਲਿਓ ਇਹਦੀ। ਰੈਂਟ ਕਿੰਨਾ, 9000। ਠੀਕ ਹੈ ਜੀ, ਨੈਕਸਟ ਰੈਂਟ ਸੀਗਾ। ਤੇ ਰੈਂਟ ਤੋਂ ਬਾਅਦ ਵਿੱਚ ਸਾਡੇ ਕੋਲ ਆ ਜਾਂਦੀ ਆ ਪ੍ਰਿੰਟਿੰਗ ਐਂਡ ਸਟੇਸ਼ਨਰੀ। ਪ੍ਰਿੰਟ ਐਂਡ ਸਟੇਸ਼ਨਰੀ, ਪ੍ਰਿੰਟਿੰਗ ਐਂਡ ਸਟੇਸ਼ਨਰੀ ਦੇ ਸਾਡੇ ਕੋਲ ਕਿੰਨੇ ਆਉਂਦੇ, 14000। 14000 ਇਹਦੇ ਆ ਜਾਂਦੇ ਆ। ਤੇ 14000 ਤੋਂ ਬਾਅਦ ਵਿੱਚ ਆਪਣੇ ਕੋਲ ਮਿਸਲੀਨੀਅਸ ਐਕਸਪੈਂਸਸ ਆ ਜਾਂਦੇ ਸਾਡੇ ਕੋਲ 3100 ਰੁਪਈਆ। ਮਿਸਲੀਨੀਅਸ ਐਕਸਪੈਂਸਸ, ਹੁਣ ਮੈਂ ਸ਼ਾਰਟ ਲਿਖੀ ਜਾਂਦਾ, ਤੁਸੀਂ ਸਹੀ ਤਰੀਕੇ ਨਾਲ ਲਿਖ ਲਿਓ। ਠੀਕ ਹੈ, ਮਿਸਲੀਨੀਅਸ ਐਕਸਪੈਂਸਸ ਕਿੰਨੇ ਆ, ਇਹ ਹੈਗੇ ਸਾਡੇ ਕੋਲ 3100 ਰੁਪਈਆ। ਹੁਣ ਦੇਖੋ 3100 ਰੁਪਈਆ ਸਾਡਾ ਇਹ ਬਣ ਗਿਆ। ਤੇ ਹੁਣ ਦੇਖੋ ਅਗਲਾ ਹੈਗਾ ਸਾਡੇ ਕੋਲ ਜਿਹੜਾ ਫਰਨੀਚਰ ਅਸੀਂ ਕਿੰਨੇ ਦਾ ਖਰੀਦਿਆ ਸੀਗਾ। ਫਰਨੀਚਰ ਅਸੀਂ ਜਿਹੜਾ ਆ ਖਰੀਦਿਆ ਹੈਗਾ ਆ
ਫਰਨੀਚਰ ਅਸੀਂ 10,000 ਫਰਨੀਚਰ ਜਿਹੜਾ 20,000 ਦਾ ਅਸੀਂ ਫਰਨੀਚਰ ਖਰੀਦਿਆ ਸੀਗਾ। ਸੋ ਫਰਨੀਚਰ ਦੀ ਅਸੀਂ ਦੇਖ ਲੈਂਦੇ ਹਾਂ। ਹੁਣ ਇਹ ਹੈਗਾ ਆ 1 ਤਰੀਕ, ਠੀਕ ਹੈ। ਸੋ ਇਹਦੇ ਵਿੱਚ ਕੀ ਸੀਗਾ, ਸਾਡੇ ਕੋਲ ਫਰਨੀਚਰ ਅਸੀਂ ਖਰੀਦਿਆ ਸੀ 1 ਅਕਤੂਬਰ 2017 ਨੂੰ, ਠੀਕ ਹੈ। ਇਹ ਸਾਨੂੰ ਡੇਟ ਜਿਹੜੀ ਆ ਉਹ ਮੈਂਸ਼ਨ ਕੀਤੀ ਹੋਈ ਆ। ਤੇ ਅੱਗੇ ਸਪੋਰਟਸ ਮਟੀਰੀਅਲ, ਹਾਂ ਸਪੋਰਟਸ ਮਟੀਰੀਅਲ ਵੀ ਅਸੀਂ ਇਹ 11,500 ਦਾ ਅਸੀਂ ਸਪੋਰਟਸ ਮਟੀਰੀਅਲ ਲਿਆ ਸੀਗਾ। ਇਹਦੀ ਅਸੀਂ ਐਂਟਰੀ ਨਹੀਂ ਵਿੱਚ ਭਾਈ, ਇਹ ਪਾਉਣੇ ਹੁਣ ਸਭ ਤੋਂ ਪਹਿਲਾਂ ਤਾਂ ਐਂਟਰੀ। ਤੇ ਇਹਦੇ ਵਿੱਚ ਕੀ ਆਉਂਦੀ ਆ, ਹੁਣ ਦੇਖੋ ਇਹਦੇ ਵਿੱਚ ਸਾਨੂੰ ਇੱਕ ਹੋਰ ਚੀਜ਼ ਵੀ ਦਿੱਤੀ ਹੋਈ ਆ ਜਿਹੜੀ ਇਨਫੋਰਮੇਸ਼ਨ ਦੇ ਵਿੱਚ, ਐਡੀਸ਼ਨਲ ਇਨਫੋਰਮੇਸ਼ਨ ਦੇ ਵਿੱਚ ਦਿੱਤੀ ਹੋਈ ਸੀਗੀ। ਵੈਲਿਊ ਆਫ ਦਾ ਸਪੋਰਟਸ ਮਟੀਰੀਅਲ ਐਟ ਦਾ ਬਿਗਿਨਿੰਗ ਐਂਡ ਐਟ ਦਾ ਐਂਡ ਆਫ ਦਾ ਈਅਰ ਵਾਜ਼ 3,000 ਬਿਗਿਨਿੰਗ ਦੇ ਵਿੱਚ ਸੀਗਾ ਤੇ 4,500 ਰੁਪਈਆ ਜਿਹੜਾ ਉਹ ਐਂਡ ਦੇ ਵਿੱਚ ਸੀਗਾ। ਹੁਣ ਇਹੀ ਐਂਟਰੀ ਜਿਹੜੀ ਆ ਉਹ ਮੇਨ ਹੋਣੀ ਆ। ਇਹਦੇ ਵਿੱਚ ਹੁਣ ਸਾਨੂੰ ਕੀ ਕਰਨਾ ਪੈਣਾ ਆ ਕਿ ਹੁਣ ਦੇਖੋ ਕੰਜ਼ੰਪਸ਼ਨ ਆਫ ਸਪੋਰਟਸ ਮਟੀਰੀਅਲ, ਕੰਜ਼ੰਪਸ਼ਨ ਆਫ ਸਪੋਰਟਸ ਮਟੀਰੀਅਲ ਦੇ ਵਿੱਚ ਹੁਣ ਸਾਡੇ ਕੋਲ ਓਪਨਿੰਗ ਸਟਾਕ ਸਾਡੇ ਕੋਲ ਕਿੰਨਾ ਸੀਗਾ 3,000, ਠੀਕ ਹੈ 3,000 ਸੀਗਾ। ਤੇ ਪਲੱਸ ਹੋਰ ਸਾਡੇ ਕੋਲ ਕੀ ਸੀਗੀ, ਜਿਹੜਾ ਪਰਚੇਜ਼ ਆਫ ਸਪੋਰਟਸ ਸਾਡੇ ਕੋਲ ਮਟੀਰੀਅਲ ਸੀਗਾ 11,500 ਦਾ, ਠੀਕ ਹੈ। ਪਰਚੇਜ਼ ਸੀਗਾ ਸਾਡੇ ਕੋਲ 11,500 ਦਾ। ਐਂਡ ਹੁਣ ਆਪਾਂ ਇਹਦੇ ਵਿੱਚੋਂ ਮਾਈਨਸ ਕੀ ਕਰਨਾ ਹੈ, ਇਹ ਮਾਈਨਸ ਹੈਗਾ ਸਾਡੇ ਕੋਲ ਜਿਹੜਾ ਕਲੋਜ਼ਿੰਗ ਸਟਾਕ ਹੁੰਦਾ ਹੈ, ਮਾਈਨਸ ਕਲੋਜ਼ਿੰਗ ਸਟਾਕ ਸਾਡੇ ਕੋਲ ਕਿੰਨਾ ਸੀਗਾ 4,500 ਦਾ, ਠੀਕ ਹੈ। ਜਦੋਂ ਹੁਣ ਆਪਾਂ ਇਹਨੂੰ ਸਾਰੇ ਦੇ ਵਿੱਚੋਂ ਮਾਈਨਸ ਕਰ ਦੇਣੀ ਆ 10,000, ਤਾਂ ਸਾਡੇ ਕੋਲ ਕੀ ਆ ਸਿਰਫ 10,000 ਅਮਾਊਂਟ ਬਚਣਾ ਹੈ, ਠੀਕ ਹੈ। ਇਹ ਹੈਗਾ ਕੰਜ਼ੰਪਸ਼ਨ ਆਫ ਸਪੋਰਟਸ ਮਟੀਰੀਅਲ ਦਾ। ਹੁਣ ਇਸ ਕਰਕੇ ਇਹ ਐਂਟਰੀ ਜਿਹੜੀ ਆ ਐਕਸਪੈਂਸਿਸ ਵੱਲ ਆ ਜਾਣੀ ਹੈ, ਠੀਕ ਹੈ। ਇਹ ਹੁਣ ਕੀ ਆ ਕੰਜ਼ੰਪਸ਼ਨ ਆਫ ਸਪੋਰਟਸ ਮਟੀਰੀਅਲ, ਇਹ ਕੀ ਆਉਂਦਾ ਸਾਡੇ ਕੋਲ, ਇਹ ਆਉਂਦਾ ਹੈਗਾ ਆ 10,000, ਠੀਕ ਹੈ। ਸੋ ਇਹ ਸਿੱਧਾ ਆ ਜਾਂਦਾ 10,000 ਰੁਪਈਆ। ਸੋ ਹੋਰ ਐਂਟਰੀ ਸਾਡੇ ਕੋਲ ਕੀ ਆ ਗਈ, ਬਾਕੀ ਸਾਰੀਆਂ ਐਂਟਰੀਆਂ ਸਾਡੀਆਂ ਹੋ ਗਈਆਂ ਸਪੋਰਟਸ ਮਟੀਰੀਅਲ ਵਾਲੀ। ਮਿਸਲੀਨੀਅਸ ਐਕਸਪੈਂਸਸ ਵੀ ਸਾਡੇ ਕੋਲ ਹੋ ਗਏ ਆ। ਫਰਨੀਚਰ ਦਾ ਵੀ ਫਰਨੀਚਰ ਸੀਗਾ ਸਾਡੇ ਕੋਲ, ਹਾਂਜੀ। ਹੁਣ ਦੇਖੋ ਫਰਨੀਚਰ ਅਸੀਂ 20,000 ਦਾ ਖਰੀਦਿਆ ਸੀਗਾ ਤੇ 10% ਇਹਦੀ ਜਿਹੜੀ ਆ ਉਹ ਡੈਪਰੀਸ਼ੀਏਸ਼ਨ ਪੈਂਦੀ ਆ, ਠੀਕ ਹੈ। 10% ਡੈਪਰੀਸ਼ੀਏਸ਼ਨ ਪੈਂਦੀ ਆ। ਸੋ ਇਹ ਦੇਖ ਲੈਂਦੇ ਹੁਣ ਕਿੰਨੀ ਸਾਨੂੰ ਡੈਪਰੀਸ਼ੀਏਸ਼ਨ ਕਿੰਨੀ ਪਈ ਆ ਟੋਟਲ। ਸੋ ਇਹਦੇ ਵਿੱਚ ਦੇਖ ਲਓ ਜੀ। ਸੋ 20,000 ਦਾ ਜਿਹੜਾ ਅਸੀਂ ਉਹ ਮਟੀਰੀਅਲ ਖਰੀਦਿਆ ਸੀਗਾ, ਫਰਨੀਚਰ ਖਰੀਦਿਆ ਸੀਗਾ, ਠੀਕ ਹੈ 20,000 ਦਾ। ਸੋ ਇਹਦੇ ਉੱਤੇ ਹੁਣ ਕੀ ਆ 10% ਜਿਹੜੀ ਆ ਉਹ ਅਮਾਊਂਟ ਇਹਦੀ ਆ ਡੈਪਰੀਸ਼ੀਏਸ਼ਨ ਪੈ ਗਈ ਆ। ਸੋ 10% ਦੇਖ ਲੈਣਾ ਸੀ। ਹੋਰ ਦੂਜੀ ਕੀ ਗੱਲ ਸਾਨੂੰ ਦਿੱਤੀ ਹੋਈ ਆ, ਇਹ ਦਿੱਤੀ ਹੋਈ ਆ 1 ਅਕਤੂਬਰ 2017, ਜਾਣੀ ਕਿ ਇਹ ਵੀ 6 ਮਹੀਨੇ ਪੁਰਾਣੀ ਗੱਲ ਆ, ਠੀਕ ਹੈ। ਇਸ ਕਰਕੇ 6 ਮਹੀਨੇ ਦੀ ਹੀ ਡੈਪਰੀਸ਼ੀਏਸ਼ਨ ਪੈਣੀ ਹੈ 6/, ਠੀਕ ਹੈ। ਸੋ ਇਹਦੇ ਵਿੱਚ ਹੁਣ ਅਸੀਂ ਕੀ ਕਰਾਂਗੇ, ਸੋ ਸਾਨੂੰ ਟੋਟਲ ਡੈਪਰੀਸੀਏਸ਼ਨ ਕਿੰਨੀ ਪਈ ਆ ਸਿਰਫ 1,000 ਰੁਪਈਆ, ਠੀਕ ਹੈ। ਸੋ ਇਹ ਜਿਹੜੀ ਆ ਸਾਨੂੰ ਡੈਪਰੀਸੀਏਸ਼ਨ ਅਮਾਊਂਟ ਆ, ਡੈਪਰੀਸੀਏਸ਼ਨ ਆਫ ਫਰਨੀਚਰ, ਡੈਪਰੀਸੀਏਸ਼ਨ ਔਨ ਫਰਨੀਚਰ, ਇਹ ਸਾਨੂੰ ਕਿੰਨੀ ਪਈ ਹੈ ਜੀ ਸਿਰਫ 1,000 ਰੁਪਈਆ, ਹਾਂਜੀ। ਆਹ ਸਾਡੇ ਕੋਲ ਸਾਰੇ ਦਾ ਸਾਰਾ ਅਮਾਊਂਟ ਬਣਿਆ। ਤੇ ਜਦੋਂ ਹੁਣ ਜਿੰਨਾ ਵੀ ਅਮਾਊਂਟ ਜਦੋਂ ਆਪਾਂ ਸਾਰੇ ਨੂੰ ਐਡ ਅਪ ਕਰਾਂਗੇ, ਠੀਕ ਹੈ, ਐਡ ਅਪ ਕਰਕੇ ਦੇਖ ਲੈਂਦੇ ਕਿੰਨਾ ਅਮਾਊਂਟ ਬਣਦਾ ਹੈ। ਸੋ ਜਦੋਂ ਸਾਰੇ ਨੂੰ ਆਪਾਂ ਐਡ ਅਪ ਅਮਾਊਂਟ ਕਰ ਲਿਆ, ਠੀਕ ਹੈ, ਟੋਟਲ ਅਮਾਊਂਟ ਦੇ ਵਿੱਚੋਂ ਅਸੀਂ ਕੀ ਕਰਨਾ ਹੈ, ਤਾਂ ਉਹ ਜਿਹੜਾ ਸਾਨੂੰ ਜਿਹੜਾ ਇਨਕਮ ਵਾਲਾ ਪਾਸਾ ਆ ਉਹ ਘਟਾ ਦੇਣਾ ਹੈ, ਠੀਕ ਹੈ। ਸੋ ਇਹਨੂੰ ਅਸੀਂ ਐਡ ਅਪ ਕਰਕੇ ਦੇਖ ਲੈਂਦੇ ਹਾਂ ਕਿੰਨਾ ਸਾਡੇ ਕੋਲ ਅਮਾਊਂਟ ਬਣਦਾ ਹੈ। ਠੀਕ ਹੈ, ਸਾਰੇ ਨੂੰ ਐਡ ਅਪ ਕਰਕੇ ਤੇ ਉਹਦੇ ਵਿੱਚੋਂ ਅਸੀਂ ਕੀ ਕਰਨਾ ਆ
ਇਨਕਮ ਜਿਹੜੀ ਸਾਡੇ ਕੋਲ ਸੌਖਾ ਤਰੀਕਾ ਇਹੀ ਆ ਕਿ ਸਾਰੇ ਨੂੰ ਅਸੀਂ ਐਡ ਅਪ ਕਰ ਲਿਆ, ਠੀਕ ਹੈ। ਜਿੰਨਾ ਵੀ ਸਾਡੇ ਕੋਲ ਅਮਾਊਂਟ ਬਣਿਆ ਆ ਉਹਨੂੰ ਅਸੀਂ ਕੀ ਕਰਨਾ, ਜਿਹੜਾ ਹੁਣ ਇਨਕਮ ਵਾਲਾ ਅਸੀਂ ਟੋਟਲ ਕੱਢਿਆ ਸੀ ਨਾ ਉਹਦੇ ਵਿੱਚੋਂ ਮਾਈਨਸ ਕਰ ਦੇਣਾ ਸੀ। ਤੇ ਜਿੰਨਾ ਵੀ ਅਸੀਂ ਮਾਈਨਸ ਕੀਤਾ ਨਾ, ਹੁਣ ਦੇਖੋ ਉਹ ਅਸੀਂ ਕੀ ਕਰ ਦੇਣਾ, ਸਰਪਲਸ ਅਮਾਊਂਟ ਬਣ ਜਾਣਾ। ਤੇ ਸਾਡੇ ਕੋਲ ਜਿਹੜਾ ਆ ਸਰਪਲਸ ਅਮਾਊਂਟ ਕਿੰਨਾ ਬਚਿਆ, ਸਾਡੇ ਕੋਲ ਸਰਪਲਸ ਅਮਾਊਂਟ ਬਚਦਾ ਹੈਗਾ ਆ ਜੀ 10,200। ਇੰਨਾ ਸਾਡੇ ਕੋਲ ਸਰਪਲਸ ਬਣਦਾ ਆ। ਤੇ ਤਾਂ ਕਰਕੇ ਸਾਡਾ ਜਿਹੜਾ ਟੋਟਲ ਆ ਉਹ ਇਹਦੇ ਇਕੁਅਲ ਆਉਂਦਾ। ਉਹ ਹੁਣ ਟੋਟਲ ਆਪਣੇ ਕੋਲ ਆ ਜਾਂਦਾ 80,050, ਠੀਕ ਹੈ, 80,050। ਸੋ ਇਹ ਸਾਡੀ ਬਣੀ ਆ ਇਨਕਮ ਐਂਡ ਐਕਸਪੈਂਡੀਚਰ ਦੀ ਸਟੇਟਮੈਂਟ, ਠੀਕ ਹੈ। ਇਨਕਮ ਵਾਲਾ ਪਾਸਾ ਜਿਹੜਾ ਕ੍ਰੈਡਿਟ ਸਾਈਡ ਦੇ ਤੇ ਦੂਜਾ ਪਾਸਾ ਡੈਬਿਟ ਸਾਈਡ ਤੇ। ਇਸ ਤਰੀਕੇ ਨਾਲ ਜਿਹੜਾ ਉੱਪਰਲੇ ਪਾਸੇ ਸਾਰਾ ਹੀ ਆ ਮੈਂ ਰਫ ਵਰਕ ਕੀਤਾ ਸੀਗਾ ਤੇ ਥੱਲੇ ਵਾਲੀ ਤੁਹਾਡੀ ਸਟੇਟਮੈਂਟ ਆ, ਠੀਕ ਹੈ। ਤੁਸੀਂ ਇਹ ਆਪ ਵੀ ਇੱਕ ਵਾਰੀ ਕਰਕੇ ਦੇਖਿਓ। ਇਹ ਤੁਹਾਨੂੰ ਕੁਐਸਚਨ ਜਿਹੜਾ ਉਹ ਡਾਇਰੈਕਟਲੀ ਜਿਹੜਾ 6 ਮਾਰਕਸ ਦੇ ਵਿੱਚ ਤੁਹਾਨੂੰ ਪੁੱਛਿਆ ਗਿਆ ਸੀ ਪ੍ਰੀਵੀਅਸ ਈਅਰ ਦੇ ਵਿੱਚ। ਅਗਰ ਤੁਹਾਨੂੰ ਕੋਈ ਦਿੱਕਤ ਆਉਂਦੀ ਇਨਕਮ ਐਕਸਪੈਂਡੀਚਰ ਜਾਂ ਰਿਸਿਪਟ ਐਂਡ ਪੇਮੈਂਟ ਦੀ ਸਟੇਟਮੈਂਟ ਬਣਾਉਣ ਦੇ ਵਿੱਚ, ਤੁਸੀਂ ਸਾਨੂੰ ਕਮੈਂਟ ਕਰਕੇ ਦੇਖ ਸਕਦੇ ਆ। ਤੇ ਪ੍ਰੀਵੀਅਸ ਵੀਡੀਓ ਜਿਹੜੀ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਹੋਈ ਆ। ਤੇ ਇੱਕ ਵਾਰੀ ਹੁਣ ਤੁਹਾਨੂੰ ਮੈਂ ਕੁਐਸਚਨ ਦਿਖਾ ਦਿੰਦਾ, ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪ ਵੀ ਕਰਕੇ ਦੇਖ ਸਕਦੇ ਆ। ਥੈਂਕ ਯੂ।